प्रेज लॉर्ड। खुदावंद प्रभु यीशु ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇ ਔਰ ਖੁਦਾ ਦਾ ਸ਼ੁਕਰ ਅੱਜ ਦਾ ਸੰਡੇ ਦਿਨ ਔਰ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਇਆ। ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਹਾਂ। ਉਹਦੇ ਨਾਮ ਨੂੰ ਇੱਜ਼ਤ, ਉਹਦੇ ਨਾਮ ਨੂੰ ਅਸੀਂ ਚਲਾਲਦੇ ਨੇ। ਵੈਸੇ ਤਾਂ ਸਾਡਾ ਰੋਜ਼ ਹੀ ਸੰਡੇ ਦਾ ਦਿਨ ਹੀ ਹੁੰਦਾ ਹੈ, ਕਿਉਂਕਿ ਅਸੀਂ ਜਦੋਂ ਦਾ ਲਾਕਡਾਊਨ ਹੋਇਆ ਐਵਰੀ ਡੇ ਅਸੀਂ ਪਰਮੇਸ਼ਰ ਦਾ ਬਾਣੀ ਔਰ ਪਰਮੇਸ਼ਰ ਦੇ ਗੀਤ, ਉਹਦੀ ਵਰਸ਼ਿਪ, ਉਹਦੇ ਨਾਮ ਨੂੰ ਇੱਜ਼ਤ, ਉਹਦੇ ਨਾਮ ਨੂੰ ਜਲਾਲ ਐਵਰੀ ਡੇ ਅਸੀਂ ਦਿੰਦੇ ਜਦੋਂ ਦਾ ਲਾਕਡਾਊਨ ਹੋਇਆ। ਔਰ ਪਰਮੇਸ਼ਰ ਦਾ ਸ਼ੁਕਰ ਕਰਦੇ, ਉਹਦਾ ਧੰਨਵਾਦ ਕਰਦੇ ਕਿ ਪਰਮੇਸ਼ਰ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਤੁਸੀਂ ਘਰਾਂ ਦੇ ਵਿੱਚ ਬੈਠੇ ਆ ਔਰ ਬੈਠ ਕੇ ਘਰਾਂ ਦੇ ਵਿੱਚ ਤੁਸੀਂ ਪਰਮੇਸ਼ਰ ਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਕਰੋ। ਔਰ ਸਾਡਾ ਤਾਂ ਐਵਰੀ ਡੇ ਸੰਡੇ ਹੈ, ਐਵਰੀ ਡੇ ਐਵਰੀ ਸਿੰਗਲ ਡੇ ਅਸੀਂ ਪਰਮੇਸ਼ਰ ਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਇਕੱਠੀ ਹੋ ਕੇ ਜਿੰਨੇ ਵੀ ਅਸੀਂ ਭੈਣ ਭਾਈਆਂ ਉਹਨੇ ਹੀ ਅਸੀਂ ਇਕੱਠੇ ਹੋ ਕੇ ਪਰਮੇਸ਼ਰ ਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਕਰਦੇ। ਪ੍ਰਭੂ ਦਾ ਬਹੁਤ ਸ਼ੁਕਰ, ਉਹਦਾ ਧੰਨਵਾਦ ਕਰਦੇ ਕਿ ਪਰਮੇਸ਼ਰ ਨੇ ਸਾਨੂੰ ਆਪਣੇ ਵਿੱਚ ਬਣਾਈ ਰੱਖਿਆ ਹੈ ਤੇ ਇਸੇ ਤਰ੍ਹਾਂ ਅਸੀਂ ਉਹਦੇ ਨਾਲ ਜੁੜੇ ਹਾਂ। ਤਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਤੁਸੀਂ ਮੇਰੇ ਨਾਲ ਜੁੜੇ ਰਹੋ ਤਾਂ ਮੈਂ ਤੁਹਾਡੇ ਨਾਲ ਜੁੜਿਆ ਰਹਾਂਗਾ। ਹਾਲੇਲੂਇਆ। ਔਰ ਪਰਮੇਸ਼ਰ ਦਾ ਬਹੁਤ ਸ਼ੁਕਰ ਕਰਦੇ, ਉਹਦਾ ਧੰਨਵਾਦ ਕਰਦੇ ਹਾਂ। ਔਰ ਜਿੰਨੇ ਵੀ ਪਾਸਟਰ ਸਾਹਿਬਾਨ, ਜਿੰਨੇ ਵੀ ਪਰਮੇਸ਼ਰ ਦੇ ਦਾਸ ਘਰਾਂ ਦੇ ਵਿੱਚ ਬੈਠ ਕੇ ਦੁਆਵਾਂ ਕਰਦੇ ਆ, ਇਸ ਬਿਮਾਰੀ ਦੀ ਜਿਹੜੀ ਆਈ ਹੈ, ਕਾਲ ਜਿਹੜਾ ਆਇਆ ਹੈ, ਉਹਦੇ ਲਈ ਦੁਆਵਾਂ ਕਰਦੇ ਆ। ਪਰਮੇਸ਼ਰ ਦਾ ਬਹੁਤ ਸ਼ੁਕਰ ਕਰਦੇ। ਹਰ ਇੱਕ ਦਾਸ ਨੂੰ ਤੂੰ ਹੋਰ ਪ੍ਰਭੂ ਬਹੁਤ ਵੱਡੀ ਬਰਕਤ ਦੇਣਾ, ਬਹੁਤ ਵੱਡੀ ਆਸ਼ੀਸ਼ ਦੇਣਾ, ਤਾਂ ਕਿ ਇਸੇ ਤਰ੍ਹਾਂ ਅਸੀਂ ਇਕੱਠੇ ਮਿਲ ਕੇ ਆਲ ਵਰਲਡ ਦੇ ਲਈ ਅਸੀਂ ਦੁਆ ਕਰਨੀ ਆ, ਤਾਂ ਕਿ ਇਹ ਜਿਹੜੀ ਸਾਰੀ ਬਿਮਾਰੀ ਹੈ ਇਹਦਾ ਖਾਤਮਾ ਹੋ ਜਾਏ ਯਿਸੂ ਮਸੀਹ ਨਾਸਰੀ ਦੇ ਵਿੱਚ। ਤਾਂ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਗਾ। ਅੱਜ ਅਸੀਂ ਹੋਸ਼ਿਆ ਸਾਹਿਬ ਦੀ ਕਿਤਾਬ ਉਹਦਾ 28 ਬਾਬ ਉਹਦੀ ਪਹਿਲੀ ਆਇਤ ਆਪਾਂ ਪਹਿਲਾਂ ਪੜਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਹੋਸ਼ਿਆ ਸਾਹਿਬ 28 ਬਾਬ ਉਹਦੀ ਪਹਿਲੀ ਆਇਤ ਦੇਖਾਂਗੇ। ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ, ਪੂਰਾ ਕਰੋ, ਤਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ। ਕਿਸ ਤਰ੍ਹਾਂ ਆਵਾਜ਼ ਸੁਣੀ ਹੈ? ਮਨ ਲਾ ਕੇ। ਹਾਲੇਲੂਇਆ। ਪੂਰੇ ਦਿਲ ਦੇ ਨਾਲ, ਪੂਰੇ ਮਨ ਦੇ ਨਾਲ ਅਸੀਂ ਉਹਦੀ ਆਵਾਜ਼ ਸੁਣਨੀ ਹੈ। ਆਪਣੇ ਪੂਰੇ ਮਨ ਦੇ ਨਾਲ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ। ਸਾਰੇ ਹੁਕਮਾਂ ਦੀ ਪਰਮੇਸ਼ਰ ਨੇ ਕਿਹਾ। ਜੇ ਅਸੀਂ ਇੱਕ ਵੀ ਹੁਕਮ ਤੋੜ ਦਿੰਨੇ ਆ ਤਾਂ ਫਿਰ ਸਾਡਾ ਐਵੇਂ ਹੀ ਬੇਕਾਰ ਹੀ ਸਾਰਾ ਕੁਝ ਗਿਆ। ਇੱਕ ਵੀ ਨਹੀਂ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਕਹਿੰਦਾ ਸਾਰੇ ਹੁਕਮਾਂ ਦੀ ਪਾਲਣਾ। ਤਾਂ ਇਹਦਾ ਮਤਲਬ ਕੀ ਹੈ ਕਿ ਅਸੀਂ ਸਾਰੇ ਹੁਕਮ ਮੰਨਣੇ ਆ ਪਰਮੇਸ਼ਰ ਦੇ ਵਿੱਚ। ਵੇ ਕਹਿੰਦਾ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਤੁਹਾਨੂੰ ਮੈਂ ਕੀ ਕਰਾਂਗਾ? ਉੱਚਾ ਕਰਾਂਗਾ। ਹਾਲੇਲੂਇਆ। ਇਹ ਪਰਮੇਸ਼ਰ ਦੀ ਬਾਣੀ ਹੈ। ਹੋਸ਼ਿਆ ਸਾਹਿਬ ਦੀ ਪਹਿਲੀ 28 ਬਾਬ ਦੀ ਪਹਿਲੀ ਆਇਤ ਵਿੱਚ ਲਿਖਿਆ ਹੈ ਕਿ ਪੂਰੇ ਮਨ ਦੇ ਨਾਲ ਸੁਣੋ ਅਤੇ ਸਾਰੇ ਹੁਕਮਾਂ ਦੀ ਪਾਲਣਾ ਕਰੋ। ਹਾਲੇਲੂਇਆ। ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਕੀ ਕਰਾਂਗਾ? ਉੱਚਾ ਕਰਾਂਗਾ। ਅੱਜ ਅਸੀਂ ਉੱਚਾ ਹੋਣਾ ਚਾਹੁੰਦੇ ਹਾਂ। ਅੱਜ ਅਸੀਂ ਸਾਡੀ ਜ਼ਿੰਦਗੀ 'ਚ ਅੱਛੇ ਦਿਨ ਆਉਣਾ ਦੇਣ ਲਈ ਅਸੀਂ ਚਾਹੁੰਦੇ ਹਾਂ। ਕਦੋਂ ਆਉਣਗੇ ਅੱਛੇ ਦਿਨ? ਕਦੋਂ ਅਸੀਂ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਹੋਵਾਂਗੇ? ਜਦੋਂ ਅਸੀਂ ਉਹਦੀ ਆਵਾਜ਼ ਨੂੰ ਮਨ ਲਾ ਕੇ ਸੁਣਦੇ ਤੇ ਉਹਦੇ ਸਾਰੇ ਹੁਕਮਾਂ ਦੇ ਉੱਪਰ ਅਸੀਂ ਉਹ ਸਾਰੇ ਹੁਕਮਾਂ ਨੂੰ ਮੰਨਦੇ ਹਾਂ, ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਤੁਹਾਨੂੰ ਕੀ ਕਰਾਂਗਾ? ਉੱਚਾ ਕਰਾਂਗਾ। ਹਾਲੇਲੂਇਆ। ਇਸੇ ਤਰ੍ਹਾਂ ਇੱਕ ਯਹੋਸ਼ੂਆ ਦੀ ਕਿਤਾਬ ਉਹਦਾ ਪਹਿਲਾ ਬਾਬ ਅਸੀਂ ਦੇਖਾਂਗੇ, ਉਹਦੀ 8 ਆਇਤ ਦੇਖਾਂਗੇ। ਯਹੋਸ਼ੂਆ ਪਹਿਲਾ ਬਾਬ ਉਹਦੀ 8 ਆਇਤ ਦੇਖਾਂਗੇ ਅਸੀਂ। ਇਹ ਹੋਸ਼ਿਆ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ। ਹਾਲੇਲੂਇਆ। ਇਹ ਜਿਹੜੀ ਹੋਸ਼ਿਆ ਦੀ ਪੋਥੀ ਆ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ। ਹਾਲੇਲੂਇਆ। ਇਹਦਾ ਮਤਲਬ ਕੀ ਹੈ ਕਿ ਇਸ ਬਚਨ ਨੂੰ ਅਸੀਂ ਪੜ੍ਹਨਾ ਹੈ। ਇਸ ਬਚਨ ਨੂੰ, ਇਸ ਬਾਈਬਲ ਦੇ ਵਿੱਚ ਜੋ ਵੀ ਸਾਨੂੰ ਬਚਨ ਹੈ ਉਹ ਅਸੀਂ ਪੜ੍ਹਨੇ ਹੈ। ਇਹ ਕਦੀ ਵੀ ਤੇਰੇ ਮੂੰਹ ਤੋਂ ਵੱਖਰੀ ਨਾ ਹੋਵੇ। ਤਾਂ ਦਿਨ ਰਾਤ ਇਹਦੇ ਵਿੱਚ ਲੱਗਾ ਰਹੇ। ਹਾਲੇਲੂਇਆ। ਦਿਨ ਰਾਤ ਇਹਨੂੰ ਪੜ੍ਹ। ਹੁਣ ਸਾਨੂੰ ਮੌਕਾ ਦਿੱਤਾ ਹੈ। ਪਰਮੇਸ਼ਰ ਨੇ ਘਰਾਂ 'ਚ ਬੈਠੋ, ਘਰਾਂ 'ਚ ਬੈਠ ਕੇ ਇਸ ਬਾਈਬਲ ਨੂੰ ਪੜ੍ਹੋ। ਤਾਂ ਬਾਈਬਲ ਦੇ ਵਚਨ ਜਿਹੜੇ ਆ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਦਿਲ ਦੇ ਵਿੱਚ ਰੱਖੋ। ਕੱਲ ਵੀ ਅਸੀਂ ਜਦੋਂ ਬੰਦਗੀ ਕਰ ਰਹੇ ਸੀ ਤੇ ਉਹਦੇ ਵਿੱਚ ਅਸੀਂ ਇਹੀ ਗੱਲਬਾਤ ਕਹਿ ਰਹੇ ਸੀ, ਇਹ ਬਾਣੀ ਜਿਹੜੀ ਆ ਇਹਦਾ ਕਾਲ ਜਿਹੜਾ ਆ ਅਕਾਲ ਪੈ ਜਾਣਾ ਇਹਦਾ। ਹਾਲੇਲੂਇਆ। ਮੁੜ ਕੇ ਬਾਣੀ ਲੱਭਣੀ ਨਹੀਂ ਹੈ। ਤੇ ਜੇ ਅੱਜ ਸਾਨੂੰ ਪਰਮੇਸ਼ਰ ਨੇ ਮੌਕਾ ਦਿੱਤਾ ਹੈ ਇਸ ਬਾਣੀ ਨੂੰ ਆਪਣੇ ਦਿਲ ਦੇ ਵਿੱਚ ਲੈ ਲਈਏ, ਤਾਂ ਜਦੋਂ ਇਹਦਾ ਕਾਲ ਵੀ ਪੈ ਜਾਏਗਾ ਤਾਂ ਫਿਰ ਕੀ ਹੋਏਗਾ? ਸਾਡੇ ਦਿਲਾਂ ਦੇ ਵਿੱਚ ਇਹ ਬਚਨ ਹੋਏਗਾ। ਤੇ ਫਿਰ ਅਸੀਂ ਕੀ ਹੈ? ਸ਼ੈਤਾਨ ਦਾ ਡਟ ਕੇ ਮੁਕਾਬਲਾ ਕਰ ਸਕਦੇ। ਜੇ ਅਸੀਂ ਹੁਣ ਹੀ ਬਾਣੀ ਨੂੰ ਨਹੀਂ ਪੜ੍ਹਦੇ, ਅਸੀਂ ਨਹੀਂ ਉਹਦੇ ਉੱਤੇ ਚੱਲਦੇ, ਤਾਂ ਫਿਰ ਕੀ ਹੋਏਗਾ? ਫਿਰ ਸਾਡੇ ਕੋਲ ਬਚਨ ਨਹੀਂ ਹੋਏਗਾ ਤੇ ਸ਼ੈਤਾਨ ਸਾਡੇ ਉੱਤੇ ਵਾਰ ਕਰੇਗਾ। ਹੁਣ ਦੇਖੋ ਕਿੰਨੀ ਮੁਸ਼ਕਲ ਹੋਈ ਆ, ਕਿੰਨਾ ਮੁਸ਼ਕਲ ਹੈ। ਰੋਟੀ ਨੂੰ ਲੋਕੀ ਤਰਸਦੇ, ਇੱਕ ਡੰਗ ਦੀ ਰੋਟੀ ਨੂੰ ਤਰਸ ਲਿਆ। ਕਾਲ ਪਿਆ ਹੋਇਆ।
ਤਾਂ ਮੇਰੇ ਜੀਜੋ ਪਰਮੇਸ਼ਰ ਦੇ ਬੱਚੇ ਨੇ ਲਿਖਿਆ ਇੱਕ ਦਿਨ ਕਹਿੰਦਾ ਇਸ ਬਾਣੀ ਦਾ ਕਾਲ ਵੀ ਪੈ ਜਾਣਾ ਹੈ। ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਇਹ ਬੂਸਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ। ਹਾਲੇਲੂਇਆ। ਕੀ ਲਿਖਿਆ? ਕਿ ਤੂੰ ਦਿਨ ਰਾਤ ਉਹਦੇ ਉੱਤੇ ਧਿਆਨ ਰੱਖੇ। ਬੂਸਾ ਦੀ ਪੋਥੀ ਜਿਹੜੀ ਆ, ਬੂਸਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ। ਹਾਲੇਲੂਇਆ। ਤੇ ਸਗੋਂ ਦਿਨ ਰਾਤ ਉਸ ਉੱਤੇ ਧਿਆਨ ਰੱਖ, ਜੋ ਤੂੰ ਉਹਦੇ ਸਾਰੇ ਅਨੁਸਾਰ ਉਸ ਵਿੱਚ ਲਿਖਿਆ ਹੈ ਚੱਲੋ ਤੇ ਉਸ ਨੂੰ ਪੂਰਾ ਕਰੋ, ਤਾਂ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲ ਵਾਲਾ ਹੋਵੇਗਾ। ਹਾਲੇਲੂਇਆ। ਇਹ ਵਿਵਸਥਾ ਦੀ ਜਿਹੜੀ ਪੋਥੀ ਹੈ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਇਹਨੂੰ ਤੂੰ ਇਹਦੇ ਉੱਤੇ ਦਿਨ ਰਾਤ ਇਹਦੇ ਉੱਤੇ ਧਿਆਨ ਕਰ। ਤਾਂ ਫਿਰ ਕੀ ਲਿਖਿਆ? ਤੂੰ ਸਾਰੇ ਦਿਨ ਰਾਤ ਉਸ ਉੱਤੇ ਧਿਆਨ ਰੱਖਦਾ, ਉਸਦੇ ਸਾਰੇ ਅਨੁਸਾਰ ਜੋ ਵੀ ਪਰਮੇਸ਼ਰ ਦੇ ਵਚਨ 'ਚ ਲਿਖਿਆ ਉਹਦੇ ਸਾਰੇ ਅਨੁਸਾਰ ਕੀ ਲਿਖਿਆ? ਕਿ ਤੂੰ ਚੱਲੇ ਤਾਂ ਉਹਨੂੰ ਪੂਰਾ ਕਰੇ। ਚੱਲਣਾ ਹੀ ਨਹੀਂ, ਉਹਨੂੰ ਪੂਰਾ ਵੀ ਕਰਨਾ ਹੈ। ਜੇ ਬਚਨ ਅਸੀਂ ਪੜਿਆ ਹੈ ਤਾਂ ਬਚਨ ਨੂੰ ਧਿਆਨ ਦੇ ਨਾਲ ਪੜਨਾ। ਜਿਸ ਤਰ੍ਹਾਂ ਮੈਂ ਪਹਿਲਾਂ ਵਿਸਾ ਸਾਹਿਬ ਦੀ ਬੁੱਕ ਦੇ ਵਿੱਚ 28 ਦੀ ਪਹਿਲੀ ਚ ਕਿਹਾ ਕਿ ਉਹਦੇ ਸਾਰੇ ਹੁਕਮਾਂ ਨੂੰ ਮੰਨ ਅਤੇ ਉਹਦੇ ਉੱਤੇ ਪੂਰੀ ਤਰ੍ਹਾਂ ਚੱਲਣਾ ਹੈ। ਸਾਰੇ ਹੁਕਮਾਂ ਨੂੰ ਮੰਨਣਾ ਹੈ। ਹਾਲੇਲੂਇਆ। ਤਾਂ ਇਸੇ ਤਰ੍ਹਾਂ ਕੀ ਲਿਖਿਆ? ਕਿ ਚੱਲੋ ਤੇ ਉਸ ਨੂੰ ਪੂਰਾ ਕਰੋ ਤੇ ਆਪਣੇ ਮਾਰਗ ਨੂੰ ਸਫਲ ਬਣਾਓਗੇ। ਫਿਰ ਤੁਸੀਂ ਆਪਣੇ ਮਾਰਗ ਨੂੰ ਸਫਲ ਬਣਾਓਗੇ। ਹਾਲੇਲੂਇਆ। ਫਿਰ ਤੁਹਾਡਾ ਜਿਹੜਾ ਮਾਰਗ ਹੈ ਭਾਵੇਂ ਦੁੱਖਾਂ ਭਰਿਆ ਜਾਂ ਮੁਸੀਬਤਾਂ ਭਰਿਆ ਜਾਂ ਕਿਸੇ ਤਰ੍ਹਾਂ ਵੀ ਦਾ ਮਾਰਗ ਹੈ, ਪਰ ਜਦੋਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਪੂਰੀ ਤੌਰ ਤੇ ਉਹਦੇ ਨਾਲ ਚੱਲੋਗੇ ਤਾਂ ਤੁਹਾਡਾ ਜੀਵਨ ਜਿਹੜਾ ਸਫਲ ਹੋ ਜਾਏਗਾ। ਤੁਹਾਡਾ ਮਾਰਗ ਜਿਹੜਾ ਆ ਉਹ ਸਫਲ ਹੋ ਜਾਏਗਾ। ਹਾਲੇਲੂਇਆ। ਤਾਂ ਫਿਰ ਕੀ ਹੋਏਗਾ? ਤੇਰਾ ਬੋਲ ਵਾਲਾ ਹੋਏਗਾ। ਫਿਰ ਸਾਰੇ ਲੋਕ ਤੈਨੂੰ ਜਾਣਨਗੇ, ਸਾਰੇ ਲੋਕ ਤੈਨੂੰ ਜਾਣਨਗੇ ਇਹ ਸੱਚਮੁੱਚ ਪਰਮੇਸ਼ਰ ਦੇ ਲੋਕ ਆ, ਇਹ ਸੱਚਮੁੱਚ ਪਰਮੇਸ਼ਰ ਦਾ ਬੰਦਾ ਹੈ। ਇਹਦੇ ਵਿੱਚੋਂ ਸਾਨੂੰ ਪਰਮੇਸ਼ਰ ਨਜ਼ਰ ਆਉਂਦਾ ਹੈ। ਜਦੋਂ ਪਰਮੇਸ਼ਰ ਦੇ ਕੰਮ ਸਾਡੇ ਜੋ ਪਰਮੇਸ਼ਰ ਦੇ ਬਾਈਬਲ ਦੇ ਵਿੱਚ ਵਚਨ ਦੇ ਵਿੱਚ ਲਿਖਿਆ ਹੋਇਆ ਹੈ, ਸਾਰੇ ਧਰਮ ਦੇ ਕੰਮ, ਜਦੋਂ ਤੁਹਾਡੇ ਵਿੱਚ ਧਰਮ ਦੇ ਕੰਮ ਜਿਹੜੇ ਆ ਦੇਖਦੇ ਆ ਲੋਕ, ਤਾਂ ਉਹ ਕਹਿੰਦੇ ਕਿ ਸੱਚਮੁੱਚ ਇਹ ਪਰਮੇਸ਼ਰ ਦਾ ਬੰਦਾ ਹੈ ਜਾਂ ਪਰਮੇਸ਼ਰ ਦੇ ਲੋਕ ਹੈ ਜਾਂ ਪਰਮੇਸ਼ਰ ਦੀ ਬੰਦੀ ਹੈ। ਹਾਲੇਲੂਇਆ। ਦਰਖਤ ਜਿਹੜਾ ਦਰਖਤ ਹੈ ਉਹ ਫਲਾਂ ਤੋਂ ਪਛਾਣਿਆ ਜਾਂਦਾ ਹੈ। ਜਦੋਂ ਸਾਡੀ ਜ਼ਿੰਦਗੀ 'ਚ ਅੱਛੇ ਕੰਮ ਹੋਣਗੇ ਬਾਈਬਲ ਦੇ ਮੁਤਾਬਕ, ਧਰਮ ਦੇ ਕੰਮ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਲੋਕਾਂ ਨੂੰ ਦਿਖਾਵਾਂਗੇ ਤਾਂ ਫਿਰ ਉਹ ਜਾਣਨਗੇ ਸੱਚਮੁੱਚ ਇਹ ਪਰਮੇਸ਼ਰ ਦਾ ਜਨ ਹੈ ਜਾਂ ਪਰਮੇਸ਼ਰ ਦੀ ਬੱਚੀ ਹੈ ਜਾਂ ਪਰਮੇਸ਼ਰ ਦੇ ਲੋਕ ਆ। ਹਾਲੇਲੂਇਆ। ਸੋ ਸਾਨੂੰ ਕੀ ਕਰਨਾ ਹੈ? ਕਿ ਅਸੀਂ ਕੀ ਕਰਨਾ ਹੈ? ਪਰਮੇਸ਼ਰ ਦੇ ਵਚਨ ਦੇ ਵਿੱਚ ਜੋ ਵੀ ਲਿਖਿਆ ਹੈ ਕਿ ਉਸ ਨੂੰ ਪੂਰੀ ਤਰ੍ਹਾਂ ਮੰਨਣਾ ਹੈ। ਪੂਰੀ ਤਰ੍ਹਾਂ ਮੰਨਣਾ ਹੈ। ਸਿਰਫ ਪੜਨ ਤੱਕ ਹੀ ਨਹੀਂ ਰਹਿਣਾ ਹੈ। ਪੜ੍ਹਦੇ ਤਾਂ ਬਹੁਤ ਹੈ ਪਰ ਉਹਦੇ ਉੱਤੇ ਅਮਲ ਬਹੁਤ ਲੋਕੀ ਘੱਟ ਕਰਦੇ ਆ। ਹਾਲੇਲੂਇਆ। ਅਮਲ ਬਹੁਤ ਲੋਕੀ ਘੱਟ ਕਰਦੇ ਆ। ਹਾਲੇਲੂਇਆ। ਤੇ ਮੇਰੇ ਜੀਜੋ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਅੱਜ ਕੱਲ ਜਿਹੜਾ ਕਾਲ ਪਿਆ ਹੋਇਆ ਹੈ, ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ ਹੈ, ਬਹੁਤ ਲੋਕੀ ਤਰਸ ਰਹੇ ਹੈ, ਇੱਕ ਦਿਨ ਦੇ ਖਾਣੇ ਨੂੰ ਵੀ ਤਰਸ ਰਹੇ। ਹਾਲੇਲੂਇਆ। ਤਾਂ ਮੇਰੇ ਜੀਜੋ, ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਪਹਿਲਾ ਰਾਜਾ ਉਹਦੀ 17 ਬਾਪ ਉਹਦੀ 8 ਹੈ ਤੋਂ ਆਪਾਂ ਦੇਖਦੇ ਹਾਂ ਕਿ ਇੱਕ ਔਰਤ ਸੀ ਤੇ ਇੱਕ ਉਹਦਾ ਬੱਚਾ ਸੀ ਤੇ ਉਹ ਕਾਲ ਦੇ ਦਿਨਾਂ ਦੇ ਵਿੱਚ ਜ਼ਿੰਦਗੀ ਆਪਣੀ ਬਿਤਾ ਰਹੇ ਸੀਗੇ। ਤੇ ਕਿਸ ਤਰ੍ਹਾਂ ਜਿਹੜਾ ਏਲੀਆ ਨਬੀ ਜਿਹੜਾ ਹੈ ਪਰਮੇਸ਼ਰ ਨੇ ਉਹਨੂੰ ਭੇਜਿਆ ਉਸ ਔਰਤ ਦੇ ਕੋਲ, ਸਾਰਪਸ ਦੀ ਤੀਵੀਂ ਦੇ ਕੋਲ ਭੇਜਿਆ, ਕਹਿੰਦਾ ਤੂੰ ਜਾ ਉੱਥੇ ਜਾ ਕੇ ਉਹਦੇ ਨਾਲ ਗੱਲਬਾਤ ਕਰ। ਹਾਲੇਲੂਇਆ। ਪਹਿਲਾ ਰਾਜਾ ਉਹਦੀ 17 ਬਾਪ ਤੇ ਉਹਦੀ ਆਪਾਂ 8 ਐਤ ਤੋਂ ਪੜਾਂਗੇ। ਹਾਲੇਲੂਇਆ। 17 ਬਾਪ ਦੀ 8 ਐਤ। ਤਾਂ ਯਹੋਵਾ ਦਾ ਇਹ ਬਚਨ ਉਹਨੂੰ ਆਇਆ, ਯਹੋਵਾ ਦਾ ਬਚਨ ਉਹਨੂੰ ਆਇਆ ਕਿ ਉੱਠ ਅਤੇ ਸਦੋਨ ਦੇ ਸਾਫਰਤ ਨੂੰ ਚਲਾ ਜਾ ਅਤੇ ਉੱਥੇ ਜਾ ਕੇ ਟੇਕ। ਹਾਲੇਲੂਇਆ। ਏਲੀਆ ਨਬੀ ਜਿਹੜਾ ਸੀਗਾ ਪਰਮੇਸ਼ਰ ਨੇ ਏਲੀਆ ਨਬੀ ਨੂੰ ਕੀ ਕਿਹਾ? ਯਹੋਵਾ ਨੇ ਏਲੀਆ ਨਬੀ ਨੂੰ ਕਿਹਾ, ਕਹਿੰਦਾ ਜਾ, ਕਹਿੰਦਾ ਉੱਥੇ ਜਾ, ਕਹਿੰਦਾ ਤਾਂ ਯਹੋਵਾ ਦਾ ਇਹ ਬਚਨ ਏਲੀਆ ਨੂੰ ਆਇਆ ਕਿ ਉੱਠ ਅਤੇ ਸਦੋਨ ਦੇ ਸਾਫਰਤ ਨੂੰ ਚਲਾ ਜਾ ਅਤੇ ਉੱਥੇ ਜਾ ਕੇ ਟਿਕ। ਕਹਿੰਦਾ ਤੂੰ ਉੱਥੇ ਜਾ ਕੇ ਟਿਕ। ਹਾਲੇਲੂਇਆ। ਅੱਜ ਵੀ ਮੇਰੇ ਜੀਜੋ ਜਿਹੜੇ ਬਹੁਤ ਹੀ ਪਰਮੇਸ਼ਰ ਨੂੰ ਪਿਆਰ ਕਰਦੇ ਆ, ਜਿਹੜੇ ਪਰਮੇਸ਼ਰ ਦੇ ਨਾਲ ਚੱਲਦੇ ਹੈ, ਪਰਮੇਸ਼ਰ ਦੇ ਬਚਨਾਂ ਦੇ ਉੱਪਰ ਚੱਲਦੇ, ਜਿਸ ਤਰ੍ਹਾਂ ਮੈਂ ਪਹਿਲਾਂ ਚੱਲਿਆ ਪੂਰੇ ਤੌਰ ਦੇ ਉੱਪਰ ਚੱਲਦੇ ਹੈ, ਤਾਂ ਫਿਰ ਪਰਮੇਸ਼ਰ ਉਹਨਾਂ ਦੇ ਲਈ ਕੋਈ ਨਾ ਕੋਈ ਇੰਤਜ਼ਾਮ ਕਰਦਾ ਹੈ। ਖਾਣੇ ਲਈ ਇੰਤਜ਼ਾਮ ਕਰਦਾ ਹੈ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇੰਤਜ਼ਾਮ ਕਰਦਾ ਹੈ। ਪਰ ਸ਼ਰਤ ਹੈ ਕਿ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਜਦੋਂ ਅਸੀਂ ਚੱਲਦੇ ਹਾਂ, ਉਹਦੇ ਪੂਰੇ ਹੁਕਮਾਂ ਨੂੰ ਅਸੀਂ
ਮੰਨਦੇ ਆ ਤੇ ਉਹਦੇ ਪੂਰੇ ਹੁਕਮਾਂ ਦੇ ਉੱਪਰ ਚੱਲ ਕੇ ਉਸ ਨੂੰ ਪੂਰਾ ਕਰਦੇ ਆ ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਨਾਲ ਆ। ਫਿਰ ਉਹ ਜਿਸ ਤਰ੍ਹਾਂ ਏਲੀਆ ਨਬੀ ਨੂੰ ਉਸ ਔਰਤ ਦੇ ਕੋਲ ਭੇਜਣ ਲੱਗਾ, ਇਸੇ ਤਰ੍ਹਾਂ ਉਹ ਜਿਹੜਾ ਪਰਮੇਸ਼ਰ ਆ ਉਹ ਇਸ ਕਾਲ ਦੇ ਦਿਨਾਂ ਦੇ ਵਿੱਚ, ਇਸ ਬਿਮਾਰੀ ਦੇ ਦਿਨਾਂ ਦੇ ਵਿੱਚ ਵੀ ਜਿਨ੍ਹਾਂ ਦੇ ਕੋਲ ਖਾਣਾ ਨਹੀਂ ਆ, ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉਹਨਾਂ ਲਈ ਪ੍ਰੋਵਾਈਡ ਕਰਦਾ ਹੈ। ਹਾਲੇਲੂਇਆ। ਭਾਵੇਂ ਜਿੱਥੋਂ ਮਰਜ਼ੀ ਕਰੇ, ਪਰਮੇਸ਼ਰ ਦਾ ਇਹ ਬਚਨ ਵਾਅਦਾ ਆ, ਕਹਿੰਦਾ ਮੈਂ ਤੇਰੇ ਲਈ ਕਰਾਂਗਾ। ਕਹਿੰਦਾ ਮੈਂ ਪੰਛੀਆਂ ਨੂੰ ਕਹਿੰਦਾ ਦੇਖੋ ਨਾ ਬੀਜਦੇ ਆ, ਨਾ ਬੋਂਦੇ ਆ, ਨਾ ਇਕੱਠਾ ਕਰਦੇ ਆ, ਕਹਿੰਦਾ ਮੈਂ ਉਹਨਾਂ ਦੀ ਵੀ ਪ੍ਰਤਿਪਾਲ ਕਰਦਾ। ਹਾਲੇਲੂਇਆ। ਆਖਿਆ ਕਿ ਉੱਠ ਅਤੇ ਸਿਦੋਨ ਦੇ ਸਾਫਰਤ ਨੂੰ ਚਲਾ ਜਾ ਅਤੇ ਉੱਥੇ ਡਿੱਗ ਵੇਖ, ਮੈਂ ਇੱਕ ਵਿਧਵਾ ਤੀਵੀਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ। ਹਾਲੇਲੂਇਆ। ਕਹਿੰਦਾ ਉੱਥੇ ਜਾ, ਕਹਿੰਦਾ ਇੱਕ ਵਿਧਵਾ ਔਰਤ ਆ, ਉਹਨੂੰ ਮੈਂ ਹੁਕਮ ਦਿੱਤਾ ਕਿ ਉਹ ਤੇਰੀ ਕੀ ਕਰੇਗੀ? ਪਾਲਣਾ ਕਰੇਗੀ। ਹਾਲੇਲੂਇਆ। ਹਾਲੇਲੂਇਆ। ਸੋ ਉਹ ਉੱਠਿਆ ਅਤੇ ਸਾਫਰਤ ਨੂੰ ਚਲਾ ਗਿਆ ਅਤੇ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ ਤਾਂ ਵੇਖੋ ਇੱਕ ਵਿਧਵਾ ਲੱਕੜੀਆਂ ਚੁਗਦੀ ਤੇ ਉਸਦੇ ਅਤੇ ਉਹਨੂੰ ਉੱਚੀ ਦਿੱਤੀ, ਆਖਿਆ ਜਰਾ ਮੈਨੂੰ ਆਪਣੇ ਭਾਂਡੇ ਵਿੱਚੋਂ ਥੋੜਾ ਜਿਹਾ ਪਾਣੀ ਲਿਆ ਦੇ। ਹਾਲੇਲੂਇਆ। ਤੇ ਜਦੋਂ ਸਾਫਰਤ ਦੀ ਤੀਵੀਂ ਦੇ ਕੋਲ ਗਿਆ ਤਾਂ ਕਿਉਂਕਿ ਪਰਮੇਸ਼ਰ ਨੇ ਉਹਨੂੰ ਪਹਿਲਾਂ ਹੀ ਹੁਕਮ ਦਿੱਤਾ ਸੀ, ਕਹਿੰਦਾ ਜਾ ਉੱਥੇ ਤਾਂ ਉਹ ਤੇਰੀ ਗੱਲ ਨੂੰ ਸੁਣੇਗੀ। ਤੇ ਜਦੋਂ ਉਹ ਆਇਆ ਤਾਂ ਦਰਵਾਜ਼ੇ ਦੇ ਕੋਲ ਦੇਖਿਆ ਤਾਂ ਵਿਧਵਾ ਜਿਹੜੀ ਲੱਕੜੀਆਂ ਚੁਗਦੀ ਸੀ, ਹਾਲੇਲੂਇਆ, ਤੇ ਉਸ ਨੂੰ ਕਿਹਾ ਕਿ ਮੈਨੂੰ ਥੋੜਾ ਜਿਹਾ ਆਪਣੇ ਭਾਂਡੇ ਦੇ ਵਿੱਚੋਂ ਪਾਣੀ ਕੀ ਕਰਦੇ? ਪਿਆ ਦੇ। ਹਾਲੇਲੂਇਆ। ਮੇਰੇ ਜੀਜੋ, ਜਦੋਂ ਅਸੀਂ ਆਪਣੇ ਪਰਮੇਸ਼ਰ ਦੇ ਵਚਨ ਨੂੰ ਅਸੀਂ ਪੂਰਾ ਕਰਦੇ, ਉਹਦੀ ਗੱਲ ਨੂੰ ਸੁਣਦੇ ਹਾਂ ਤਾਂ ਪਰਮੇਸ਼ਰ ਦੇ ਨਾਲ ਜਦੋਂ ਅਸੀਂ ਉਹਦੀ ਆਵਾਜ਼ ਨੂੰ ਸੁਣਦੇ ਹਾਂ ਤਾਂ ਮੇਰੇ ਜੀਜੋ ਪਰਮੇਸ਼ਰ ਫਿਰ ਕਿਸ ਤਰ੍ਹਾਂ ਇੰਤਜ਼ਾਮ ਤੁਹਾਡੇ ਕਰਦਾ ਹੈ। ਮੈਨੂੰ ਪਿਆ ਦੇ। ਜਦ ਉਹ ਲਿਆਉਣ ਲਈ ਚਲੀ ਗਈ ਤਾਂ ਉਹਨੇ ਉੱਚੀ ਦਿੱਤੀ, ਆਖਿਆ ਜਰਾ ਇੱਕ ਚੱਪਾ ਟੁਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆ। ਆਮੀਨ। ਹਾਲੇਲੂਇਆ। ਮੇਰੇ ਜੀਜੋ ਉੱਥੇ ਅਕਾਲ ਪਿਆ ਸੀ, ਜਿਸ ਤਰ੍ਹਾਂ ਹੁਣ ਇੱਕ ਰੋਟੀ ਦਾ ਅਕਾਲ ਪਿਆ ਹੈ, ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ ਹੈ, ਬਹੁਤ ਹੀ ਬੁਰੀ ਹਾਲਤ ਹੋ ਰਹੀ ਹੈ, ਤਾਂ ਉੱਥੇ ਅਕਾਲ ਪਿਆ ਸੀ, ਉਹ ਲੱਕੜੀਆਂ ਚੁਗ ਰਹੀ ਸੀਗੀ। ਹਾਲੇਲੂਇਆ। ਹਾਲੇਲੂਇਆ। ਹਾਲਾਂਕਿ ਪਰਮੇਸ਼ਰ ਨੂੰ ਪਤਾ ਸੀਗਾ, ਇਹ ਪਰਮੇਸ਼ਰ ਨੇ ਇੱਕ ਉਹਨੂੰ ਸਬਕ ਸਿਖਾਉਣਾ ਸੀ ਔਰਤ ਨੂੰ, ਉਸ ਨੂੰ। ਹਾਲੇਲੂਇਆ। ਤਾਂ ਉਹ ਕੀ ਆ? ਪਾਣੀ ਕਹਿੰਦਾ ਪਾਣੀ ਮੈਨੂੰ ਏਲੀਆ ਨਬੀ ਕਹਿੰਦਾ ਮੈਨੂੰ ਮੇਰੇ ਲਈ ਪਾਣੀ ਲੈ ਆਈ। ਤੇ ਜਦੋਂ ਉਹ ਚਲੇ ਗਏ ਲੈਣ ਤਾਂ ਉਹਨੂੰ ਮਗਰੋਂ ਆਵਾਜ਼ ਦਿੱਤੀ, ਇੱਕ ਚੱਪਾ ਰੋਟੀ ਦਾ ਵੀ ਮੇਰੇ ਲਈ ਲੈ ਆਈ। ਹਾਲੇਲੂਇਆ। ਹਾਲੇਲੂਇਆ। ਮੇਰੇ ਜੀਜੋ ਪਰਮੇਸ਼ਰ ਨੇ, ਯਹੋਵਾ ਨੇ ਏਲੀਆ ਨਬੀ ਨੂੰ ਉਹਨੂੰ ਇੱਕ ਸਬਕ ਸਿਖਾਉਣ ਦੇ ਲਈ ਉਸ ਔਰਤ ਨੂੰ ਘੱਲਿਆ ਸੀਗਾ। ਹਾਲੇਲੂਇਆ। ਤਾਂ ਟੁਕੜਾ ਇੱਕ ਚੱਪਾ ਟੁਕੜਾ ਵੀ ਆਪਣੇ ਹੱਥ ਵਿੱਚ ਲੈਂਦੀ। ਆਮੀਨ। ਹਾਲੇਲੂਇਆ। ਅੱਗੋਂ ਉਸ ਔਰਤ ਨੇ ਕੀ ਆਖਿਆ? ਅੱਗੋਂ ਉਸਨੇ ਆਖਿਆ ਜਿਉਂਦੇ ਯਹੋਵਾ ਤੇਰੇ ਪਰਮੇਸ਼ਰ ਦੀ ਸਹੁੰ, ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ, ਇੱਕ ਤੋਲੇ ਵਿੱਚ ਇੱਕ ਮੁੱਠੀ ਆਟੇ ਦੀ ਅਤੇ ਥੋੜਾ ਜਿਹਾ ਤੇਲ, ਕੁੱਜੀ ਵਿੱਚ ਥੋੜਾ ਜਿਹਾ ਤੇਲ, ਕੁੱਪੀ ਵਿੱਚ ਥੋੜਾ ਜਿਹਾ ਤੇਲ ਹੈ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਹਨੂੰ ਖਾਈਏ ਅਤੇ ਮਰੀਏ। ਜਦੋਂ ਉਹਨੇ ਕਿਹਾ ਕਿ ਚੱਪਾ ਰੋਟੀ ਦਾ ਵੀ ਲੈ ਆਈ, ਟੁਕੜਾ ਰੋਟੀ ਦਾ ਵੀ ਲੈ ਆਈ, ਇੱਕ ਟੁਕੜਾ ਵੀ ਲੈ ਆਈ, ਤਾਂ ਉਹਨੇ ਕਿਹਾ ਮੇਰੇ ਯਹੋਵਾ ਜਿੰਦਾ ਪਰਮੇਸ਼ਰ ਦੀ ਕਹਿੰਦੀ ਸਹੁੰ, ਕਹਿੰਦੀ ਮੈਂ ਤੇ ਲੱਕੜੀਆਂ ਚੁੱਕਦੀਆਂ, ਕਹਿੰਦੀ ਮੇਰੇ ਥੋੜਾ ਜਿਹਾ ਤੌਲੇ ਦੇ ਵਿੱਚ ਆਟਾ ਤੇ ਥੋੜਾ ਜਿਹਾ ਕੁੱਪੀ ਦੇ ਵਿੱਚ ਤੇਲ ਆ ਤੇ ਮੈਂ ਲੱਕੜੀਆਂ ਚੁੱਕਦੀ, ਕਹਿੰਦੀ ਮੈਂ ਤੇ ਮੇਰਾ ਪੁੱਤਰ ਜਾ ਕੇ ਥੋੜਾ ਖਾਵਾਂਗੇ ਤੇ ਅਸੀਂ ਮਰ ਜਾਵਾਂਗੇ। ਹਾਲੇਲੂਇਆ। ਉਹਦੀ ਸੋਚ ਹੈ, ਉਸ ਵਿਧਵਾ ਦੀ ਔਰਤ ਦੀ ਸੋਚ ਹੈ ਇਹ। ਕਈ ਵਾਰੀ ਅਸੀਂ ਆਪਣੀਆਂ ਸੋਚਾਂ ਦੇ ਵਿੱਚ ਹੀ ਬਣੇ ਰਹਿੰਦੇ ਹਾਂ ਕਿ ਸਾਡੀ ਸੋਚ ਹੈ ਕਿ ਨਹੀਂ ਵੀ ਸਾਨੂੰ ਰੋਟੀ ਨਹੀਂ ਮਿਲਣੀ ਹੈ, ਪਰ ਪਰਮੇਸ਼ਵਰ ਕਹਿੰਦਾ ਹੈ ਕਿ ਨਹੀਂ ਮੈਂ ਉਹਦੇ ਲਈ ਇੰਤਜ਼ਾਮ ਕਰਾਂਗਾ। ਕਈ ਵਾਰੀ ਸਾਡੇ ਸ਼ੱਕ ਆ ਜਾਂਦੀ ਹੈ ਕਿ ਅਸੀਂ ਰੋਟੀ ਕਿੱਦਾਂ ਖਾਵਾਂਗੇ। ਹੁਣ ਇਹਨਾਂ ਦਿਨਾਂ ਦੇ ਵਿੱਚ ਜੋ ਬਾਹਰ ਬਿਮਾਰੀ ਆਈ ਹੋਈ ਹੈ, ਲੋਕੀ ਰੋਟੀ ਨੂੰ ਤਰਸ ਰਿਹਾ ਹੈ, ਪਰ ਕਈ ਵਾਰੀ ਸਾਡੇ ਜ਼ਿੰਦਗੀਆਂ ਦੇ ਸੋਚ ਆਈ ਕਿੱਦਾਂ ਅਸੀਂ ਹੋਏਗਾ। ਪਰ ਜੋ ਪਰਮੇਸ਼ਰ ਦੇ ਲੋਕ ਜਿਹੜੇ ਪਰਮੇਸ਼ਰ ਦੇ ਨੂੰ ਮੰਨਣ ਵਾਲੇ ਲੋਕ ਹੈ, ਉਹ ਲੋਕਾਂ ਦੀ, ਗਰੀਬਾਂ ਦੀ ਮਦਦ ਵੀ ਕਰਦੇ ਹੈ, ਲੋਕਾਂ ਨੂੰ ਜਾ ਕੇ ਖਾਣਾ ਵੀ ਦਿੰਦੇ ਹੈ। ਹਾਲੇਲੂਇਆ। ਇਹ ਕਿਹਦੇ ਵੱਲੋਂ ਹੈ? ਇਹ ਪਰਮੇਸ਼ਵਰ ਦੇ ਵੱਲੋਂ ਹੀ ਹੈ। ਤੇ ਉਸਨੇ ਮੈਂ ਕਹਿੰਦੀ ਉਹ ਲੱਕੜੀਆਂ ਚੁਗਦੀ ਤੇ ਥੋੜਾ ਜਿਹਾ ਕੁੱਪੀ ਦੇ ਵਿੱਚ ਤੇਲ ਤੇ ਥੋੜਾ ਜਿਹਾ ਤੌਲੇ ਵਿੱਚ ਆਟਾ ਤੇ ਖਾ ਕੇ ਕੀ ਕਰ ਦੇਣਾ? ਮਰ ਜਾਣਾ। ਮਰੀਏ। ਤਾਂ ਏਲੀਆ ਨੇ ਉਸ ਨੂੰ ਆਖਿਆ, ਫਿਰ ਦੇਖੋ ਏਲੀਆ ਉਸ ਨੂੰ ਕੀ ਕਹਿ ਰਿਹਾ, ਉਸ ਔਰਤ ਨੂੰ। ਏਲੀਆ ਨੇ ਉਸ ਨੂੰ ਕਿਹਾ ਨਾ ਡਰ, ਜਾ ਅਤੇ ਆਪਣੀ ਗੱਲ ਦੇ ਅਨੁਸਾਰ ਕਰ। ਕਹਿੰਦਾ ਨਾ ਡਰ, ਜੋ ਮੈਂ ਤੈਨੂੰ ਕਹਿਣਾ ਹਾਂ ਉਹ ਕਰ, ਆਪਣੀ ਗੱਲ ਦੇ ਅਨੁਸਾਰ ਕਰ। ਹਾਲੇਲੂਇਆ। ਅੱਜ ਵੀ ਮੇਰੇ ਜੀਜੋ ਬਹੁਤ ਸਾਰੇ ਲੋਕ ਹੈ, ਜਦੋਂ ਪਰਮੇਸ਼ਰ ਸਾਨੂੰ ਕਹਿੰਦਾ ਕਿ ਨਹੀਂ ਆਹ ਕੰਮ ਕਰ, ਪਰਮੇਸ਼ਰ ਦੇ ਬਚਨਾਂ ਨੂੰ, ਪੂਰੇ ਹੁਕਮਾਂ ਨੂੰ ਉਹਦੇ ਤੇ ਮੰਨ, ਉਹਦੇ ਤੇ ਦਿਲ ਲਾ, ਪੂਰੇ ਹੁਕਮਾਂ ਨੂੰ ਮੰਨ, ਉਹਨਾਂ ਦੇ ਉੱਪਰ ਚੱਲ,
ਤਾਂ ਕਈ ਵਾਰੀ ਅਸੀਂ ਅੱਜ ਵੀ ਜਿਹੜਾ ਆ ਇਨਕਾਰ ਕਰ ਦਿੰਦੇ ਹਾਂ। ਯਹੋਵਾ ਪਰਮੇਸ਼ਰ ਦੀ ਅਸੀਂ ਗੱਲ ਨਹੀਂ ਮੰਨਦੇ ਹਾਂ, ਤੇ ਜਦੋਂ ਅਸੀਂ ਗੱਲ ਨਹੀਂ ਮੰਨਦੇ ਹਾਂ ਤਾਂ ਫਿਰ ਸਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲੇਲੂਇਆ। ਪਰਮੇਸ਼ਰ ਤਾਂ ਕਹਿੰਦਾ ਹੈ ਕਿ ਕਹਿੰਦਾ ਮੇਰੇ ਹੁਕਮਾਂ ਨੂੰ ਮੰਨ ਤੇ ਉਹਨਾਂ ਦੇ ਉੱਪਰ ਪੂਰੇ ਦੇ ਉੱਪਰ ਚੱਲ। ਹਾਲੇਲੂਇਆ। ਪੂਰੇ ਹੁਕਮਾਂ ਦੇ ਉੱਪਰ ਚੱਲ। ਤਾਂ ਕਹਿੰਦਾ ਮੈਨੂੰ ਪਰਖ ਕੇ ਦੇ ਕਿ ਯਹੋਵਾ ਕੈਸਾ ਭਲਾ ਹੈ। ਹਾਲੇਲੂਇਆ। ਹਾਲੇਲੂਇਆ। ਉਹਨੇ ਕਿਹਾ ਨਾ ਡਰ, ਜਾ ਅਤੇ ਆਪਣੀ ਗੱਲ ਦੇ ਅਨੁਸਾਰ ਕਰ, ਪਰ ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੰਨੀ ਪਕਾ ਕੇ ਮੇਰੇ ਕੋਲ ਲੈ ਆ, ਤਾਂ ਪਿੱਛੋਂ ਆਪਣੇ ਅਤੇ ਆਪਣੇ ਪੁੱਤ ਨੂੰ ਖੜਾਈ। ਹਾਲੇਲੂਇਆ। ਕਹਿੰਦਾ ਜਾ, ਕਹਿੰਦਾ ਜੋ ਮੈਂ ਤੈਨੂੰ ਕਿਹਾ ਹੈ ਤੂੰ ਮੇਰੀ ਗੱਲ ਮੰਨ। ਕਹਿੰਦਾ ਆਪਣੇ ਆਖੇ ਦੇ ਅਨੁਸਾਰ ਕਰ ਕਿ ਪਹਿਲਾਂ ਜਾ ਕੇ ਜੋ ਵੀ ਤੂੰ ਪਕਾਏਗੀ ਉਹਦੇ ਵਿੱਚ ਇੱਕ ਮੰਨੀ ਜਿਹੜੀ ਆ ਪਹਿਲੀ ਜਿਹੜੀ ਮੰਨੀ ਆ ਉਹ ਮੇਰੇ ਲਈ ਪਕਾ ਕੇ ਲਿਆ। ਹਾਲੇਲੂਇਆ। ਤੇ ਮੇਰੇ ਜੀਜੋ, ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮ ਨੂੰ ਮੰਨਦੇ ਹਾਂ ਤੇ ਜਦੋਂ ਅਸੀਂ ਪਰਮੇਸ਼ਵਰ ਦੇ ਜਨਾਂ ਦੀ ਗੱਲ ਮੰਨਦੇ ਹਾਂ, ਪਰਮੇਸ਼ਵਰ ਦੇ ਦਾਸਾਂ ਦੀ ਅਸੀਂ ਗੱਲ ਮੰਨਦੇ ਹਾਂ, ਤਾਂ ਸੱਚਮੁੱਚ ਤੁਹਾਡੇ ਲਈ ਇੱਕ ਬਹੁਤ ਹੀ ਅੱਛਾ ਹੋ ਜਾਂਦਾ ਹੈ। ਜਿਸ ਤਰ੍ਹਾਂ ਹੁਣ ਇਹ ਜਿਹੜੀ ਔਰਤ ਆ ਇਸ ਏਲੀਆ ਨਬੀ ਦੀ ਗੱਲ ਮੰਨੇਗੀ। ਹਾਲੇਲੂਇਆ। ਉਸ ਦੇ ਗੱਲ ਨੂੰ ਉਹਨੇ ਮੰਨਿਆ। ਹਾਲੇਲੂਇਆ। ਤਾਂ ਕਿਸ ਤਰ੍ਹਾਂ ਪਰਮੇਸ਼ਰ ਨੇ ਫਿਰ ਉੱਥੇ ਜਿਹੜਾ ਕਾਲ ਦੇ ਵਿੱਚ ਵੀ ਉਹਨਾਂ ਨੇ ਖਾਦਾ। ਹਾਲੇਲੂਇਆ। ਹਾਲੇਲੂਇਆ। ਕਿਉਂ ਜੋ ਯਹੋਵਾ ਇਸਰਾਇਲ ਦਾ ਪਰਮੇਸ਼ਰ ਇਉਂ ਆਖਦਾ ਹੈ ਕਿ ਨਾ ਤੇਰੇ ਤੌਲੇ ਦਾ ਆਟਾ ਮੁੱਕੇਗਾ ਅਤੇ ਨਾ ਕੁੱਜੀ ਦਾ ਤੇਲ ਘਟੇਗਾ। ਹਾਲੇਲੂਇਆ। ਨਾ ਤੌਲੇ ਦੇ ਵਿੱਚੋਂ ਆਟਾ, ਕਹਿੰਦਾ ਤੂੰ ਇੱਕ ਵਾਰੀ ਮੇਰੀ ਗੱਲ ਨੂੰ ਸੁਣ ਤੇ ਉਹਨੂੰ ਮੰਨ ਕੇ ਕਰ। ਮੇਰੇ ਲਈ ਇੱਕ ਮੰਨੀ ਲੈ ਕੇ ਕਹਿੰਦਾ ਨਾ ਤਾਂ ਕਹਿੰਦਾ ਤੌਲੇ ਦੇ ਵਿੱਚੋਂ ਆਟਾ ਮੁੱਕੇਗਾ ਤੇ ਨਾ ਕੁੱਪੀ ਦੇ ਵਿੱਚੋਂ ਤੇਲ ਮੁੱਕੇਗਾ। ਹਾਲੇਲੂਇਆ। 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 ਜਿੰਨਾ ਚਿਰ ਯਹੋਵਾ ਜ਼ਮੀਨ ਉੱਤੇ ਮੀਂਹ ਨਾ ਪਾਵੇ, ਕਹਿੰਦਾ ਜਿੰਨਾ ਚਿਰ ਯਹੋਵਾ ਜ਼ਮੀਨ ਦੇ ਉੱਪਰ ਮੀਂਹ ਨਾ ਪਾਵੇ, ਨਾ ਤਾਂ ਕਹਿੰਦਾ ਤੌਲੇ ਦੇ ਵਿੱਚੋਂ ਆਟਾ ਮੁੱਕੇਗਾ, ਨਾ ਕੁੱਪੀ ਦੇ ਵਿੱਚੋਂ ਕੀ ਕਰੇਗਾ, ਤੇਲ ਮੁੱਕੇਗਾ। ਹਾਲੇਲੂਇਆ। ਜਿੰਨਾ ਚਿਰ ਮੀਂਹ ਨਾ ਪਵੇ। ਤਾਂ ਉਹ ਗਈ ਅਤੇ ਏਲੀਆ ਦੇ ਆਖ ਅਨੁਸਾਰ ਕੀਤਾ। ਫਿਰ ਇਹ ਸਾਰੇ ਉਹ ਅਤੇ ਉਹਦਾ ਘਰਾਣਾ ਕਈ ਦਿਨ ਤੱਕ ਖਾਂਦੇ ਰਹੇ ਅਤੇ ਨਾ ਤੌਲੇ ਦੇ ਵਿੱਚੋਂ ਆਟਾ ਮੁੱਕਿਆ ਤੇ ਨਾ ਕੁੱਜੀ ਦੇ ਵਿੱਚੋਂ ਤੇਲ ਮੁੱਕਿਆ। ਇਹ ਯਹੋਵਾ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸਨੇ ਏਲੀਆ ਦੇ ਰਾਹੀਂ ਬੋਲਿਆ ਸੀ। ਇਹ ਕਿਹਦੇ ਅਨੁਸਾਰ? ਯਹੋਵਾ ਦੇ ਬਚਨ ਦੇ ਅਨੁਸਾਰ ਹੋਇਆ ਜੋ ਏਲੀਆ ਨੂੰ ਬੋਲਿਆ ਸੀ। ਹਾਲੇਲੂਇਆ। ਤੇ ਮੇਰੇ ਜੀਜੇ, ਜਦੋਂ ਫਿਰ ਉਸਨੇ ਉਸ ਦਾ ਕਹਿਣਾ ਮੰਨਿਆ ਤੇ ਉਹ ਲੈ ਕੇ ਆਈ, ਤਾਂ ਫਿਰ ਕਹਿੰਦਾ ਸਾਰਾ ਘਰਾਣਾ ਕਹਿੰਦਾ ਖਾਂਦਾ ਰਿਹਾ। ਉਸ ਤੋਂ ਸਾਰਾ ਘਰਾਣਾ ਕਈ ਦਿਨਾਂ ਤੱਕ ਖਾਂਦਾ ਰਿਹਾ। ਤਾਂ ਉਸ ਨਾ ਤੌਲੇ ਦੇ ਵਿੱਚੋਂ ਆਟਾ ਤੇ ਨਾ ਕੁੱਪੀ ਦੇ ਵਿੱਚੋਂ ਤੇਲ ਮੁੱਕਿਆ। ਮੇਰੇ ਜੀਜੇ, ਅੱਜ ਸਾਨੂੰ ਲੋੜ ਹੈ ਪਰਮੇਸ਼ਰ ਦੇ ਦਾਸਾਂ ਦੀ ਗੱਲ ਸੁਣਨ ਦੀ, ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਦੀ। ਕਹਿੰਦਾ ਪਰਮੇਸ਼ਰ ਕਹਿੰਦਾ ਹਾਲੇਲੂਇਆ, ਜਿਸ ਤਰ੍ਹਾਂ ਆਪਾਂ ਪਹਿਲਾਂ ਪੜਿਆ ਹੈ, ਕਹਿੰਦਾ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰਾਂਗਾ। ਪਹਿਲਾਂ ਤੁਸੀਂ ਮੇਰੇ ਵਚਨਾਂ ਨੂੰ ਮੰਨ ਲਾ ਕੇ ਤੇ ਉਹਦੇ ਸਾਰੇ ਹੁਕਮਾਂ ਦੇ ਉੱਪਰ ਉਹਨੂੰ ਮੰਨੋ, ਤਾਂ ਫਿਰ ਕਹਿੰਦਾ ਮੈਂ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਤੁਹਾਨੂੰ ਉੱਚਾ ਕਰਾਂਗਾ। ਅੱਜ ਭਾਵੇਂ ਕਾਲ ਆ, ਭਾਵੇਂ ਰੋਟੀ ਦਾ ਕਾਲ ਆ, ਜੋ ਵੀ ਆ, ਪਰ ਪਰਮੇਸ਼ਰ ਦੇ ਦਾਸ ਜਿਹੜੇ ਹੈ ਉਹਨਾਂ ਦੇ ਅੱਗੇ ਦੁਆ ਕਰਦੇ ਹੈ ਕਿ ਪਰਮੇਸ਼ਰ ਦੇ ਅੱਗੇ ਦੁਆ ਕਰਦੇ ਕਿ ਪਰਮੇਸ਼ਰ ਉਹਨਾਂ ਸਾਰਿਆਂ ਦਾ ਭਲਾ ਕਰ। ਜਿਹੜੇ ਜਿਨ੍ਹਾਂ ਕੋਲ ਰੋਟੀ ਨਹੀਂ ਤੇ ਉਹਨਾਂ ਨੂੰ ਰੋਟੀ ਖਾਣ ਨੂੰ। ਤੇ ਬਹੁਤ ਸਾਰੇ ਇੰਡੀਆ ਦੇ ਵਿੱਚ ਹੋਰ ਕਈ ਜਗ੍ਹਾ ਦੇ ਉੱਪਰ ਲੰਗਰ ਲੱਗ ਰਹੇ ਆ, ਕਈ ਤਰ੍ਹਾਂ ਦਾ ਸਾਰਾ ਸਿਸਟਮ ਉੱਥੇ ਬਣ ਰਿਹਾ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ, ਜਿਹੜੇ ਗਰੀਬ ਵੀ ਲੋਕੀ ਹੈ, ਉਹਨਾਂ ਨੂੰ ਵੀ ਖਾਣਾ ਦੇਣਾ। ਪਰ ਉਹਦੇ ਨਾਲ ਸਿਰਫ ਖਾਣਾ ਹੀ ਨਹੀਂ, ਉਹਦੇ ਨਾਲ ਅਸੀਂ ਕੀ ਕਰਨਾ? ਪਰਮੇਸ਼ਰ ਦਾ ਬਚਨ ਵੀ ਪੜ੍ਹਨਾ ਹੈ, ਪਰਮੇਸ਼ਰ ਦੇ ਬਚਨ ਦੇ ਉੱਪਰ ਵੀ ਧਿਆਨ ਦੇਣਾ ਹੈ। ਹਾਲੇਲੂਇਆ। ਜਦੋਂ ਸ਼ੈਤਾਨ ਨੇ ਯਿਸੂ ਮਸੀਹ ਨੂੰ ਪਰਤਾਇਆ, ਕਹਿੰਦਾ ਕਹਿ ਇਹਨਾਂ ਪੱਥਰਾਂ ਨੂੰ ਰੋਟੀਆਂ ਬਣ ਜਾਣ, ਤਾਂ ਇਨਸਾਨ ਕਹਿੰਦਾ, ਪ੍ਰਭੂ ਯਿਸੂ ਜੀ ਕਹਿੰਦਾ ਇਨਸਾਨ ਨਿਰਾ ਰੋਟੀ ਦੇ ਨਾਲ ਹੀ ਜਿੰਦਾ ਨਹੀਂ ਰਹਿ ਸਕੇਗਾ, ਉਹ ਮੂੰਹ ਦੇ ਨਿਕਲੇ ਹੋਏ ਬਚਨਾਂ ਦੇ ਨਾਲ ਜਿੰਦਾ ਰਹੇਗਾ। ਹਾਲੇਲੂਇਆ। ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ਰੋਟੀ ਨਹੀਂ ਚਾਹੀਦੀ, ਰੋਟੀ ਵੀ ਚਾਹੀਦੀ ਹੈ, ਪਰ ਨਾਲ ਸਾਨੂੰ ਪਰਮੇਸ਼ਰ ਦਾ ਬਚਨ ਪੜ੍ਹਨਾ ਵੀ ਬਹੁਤ ਹੀ ਜ਼ਰੂਰੀ ਹੈ। ਹਾਲੇਲੂਇਆ। ਖੁਦਾ ਇਹਨਾਂ ਬਚਨਾਂ ਨੂੰ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਦੇਵੇ, ਔਰ ਇਹਨਾਂ ਬਚਨਾਂ ਦੇ ਉੱਪਰ ਧਿਆਨ ਕਰਨਾ ਔਰ ਇਹਦੇ ਹੁਕਮਾਂ ਦੇ ਉੱਪਰ ਚੱਲਣਾ ਅਤੇ ਪੂਰੀ ਤਰ੍ਹਾਂ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ। ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇ। ਆਮੀਨ।